ਸ਼੍ਰੀ ਅਕਾਲ, ਮੈਂ ਹਰਸ਼ਦੀਪ ਸੁਹਾਨ। ਸਭ ਤੋਂ ਪਹਿਲਾਂ ਫਾਸਟਵੇ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਧਨਤੇਰਸ ਅਤੇ ਦੀਵਾਲੀ ਦੀਆਂ ਲੱਖ-ਲੱਖ ਵਧਾਈਆਂ। ਦੀਵਾਲੀ ਦਾ ਤਿਉਹਾਰ ਯਾਨੀ ਕਿ ਰੋਸ਼ਨੀਆਂ ਦਾ ਤਿਉਹਾਰ, ਪਰ ਇਸ ਤਿਉਹਾਰ ਤੋਂ ਪਹਿਲਾਂ ਇੱਕ ਖਾਸ ਤਿਉਹਾਰ ਮਨਾਇਆ ਜਾਂਦਾ ਹੈ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਧਨਤੇਰਸ ਦੀ। ਧਨਤੇਰਸ ਜਿਸ ਨੂੰ ਕਿ ਤ੍ਰਿਯੋਦਸ਼ੀ ਜਾਂ ਫਿਰ ਧਨਵੰਤਰੀ ਵੀ ਕਿਹਾ ਜਾਂਦਾ ਹੈ। ਆਖਿਰ ਕਿਉਂ ਮਨਾਇਆ ਜਾਂਦਾ ਹੈ ਧਨਤੇਰਸ ਦਾ ਤਿਉਹਾਰ? ਕੀ ਮਾਨਤਾਵਾਂ ਨੇ ਇਸ ਤਿਉਹਾਰ ਨੂੰ ਮਨਾਉਣ ਦੇ ਪਿੱਛੇ? ਇਸ ਸਾਲ ਦਾ ਧਨਤੇਰਸ ਮਨਾਉਣ ਦਾ ਕੀ ਹੈ ਸ਼ੁਭ ਮੂਰਤ? ਇਸ ਦੇ ਨਾਲ ਹੀ ਗੱਲ ਕਰਾਂਗੇ ਧਨਤੇਰਸ ਮੌਕੇ ਪੂਜਾ ਕਰਨ ਸਮੇਂ ਕਿਹੜੀਆਂ ਗੱਲਾਂ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ। ਕਿਉਂ ਮਨਾਇਆ ਜਾਂਦਾ ਹੈ ਧਨਤੇਰਸ? ਧਨਤੇਰਸ ਨੂੰ ਮਾਂ ਲక్ష్ਮੀ ਅਤੇ ਧਨ ਦੇ ਦੇਵਤਾ ਕੁਬੇਰ ਦਾ ਦਿਨ ਮੰਨਿਆ ਜਾਂਦਾ ਹੈ ਅਤੇ ਘਰਾਂ ਦੇ ਵਿੱਚ ਖਾਸ ਤੌਰ ਤੇ ਮਾਂ ਲక్ష్ਮੀ ਅਤੇ ਦੇਵਤਾ ਕੁਬੇਰ ਜੀ ਦੀ ਪੂਜਾ ਕੀਤੀ ਜਾਂਦੀ ਹੈ। ਪਰ ਕੀ ਤੁਹਾਨੂੰ ਪਤਾ ਹੈ ਕਿ ਧਨਤੇਰਸ ਧਨ ਦੇ ਦੇਵਤਾ ਕੁਬੇਰ ਦਾ ਨਹੀਂ ਬਲਕਿ ਆਯੁਰਵੇਦ ਦੇ ਪਿਤਾਮਾ ਭਗਵਾਨ ਧਨਵੰਤਰੀ ਜੀ ਦਾ ਪ੍ਰਗਟ ਦਿਵਸ ਹੈ ਅਤੇ ਭਗਵਾਨ ਧਨਵੰਤਰੀ ਦੇ ਨਾਂ ਤੋਂ ਹੀ ਧਨਤੇਰਸ ਦਾ ਨਾਂ ਰੱਖਿਆ ਗਿਆ ਹੈ। ਆਓ ਜਾਣਦੇ ਹਾਂ ਕਿ ਕੌਣ ਹਨ ਭਗਵਾਨ ਧਨਵੰਤਰੀ। ਹਿੰਦੂ ਵਰਨਾ ਦੇ ਅਨੁਸਾਰ ਸਮੁੰਦਰ ਮੰਥਨ ਦੇ ਦੌਰਾਨ ਕਾਰਤਿਕ ਕ੍ਰਿਸ਼ਨ ਤ੍ਰਿਯੋਦਸ਼ੀ ਵਾਲੇ ਦਿਨ ਭਗਵਾਨ ਧਨਵੰਤਰੀ ਆਪਣੇ ਹੱਥਾਂ ਦੇ ਵਿੱਚ ਇੱਕ ਅੰਮ੍ਰਿਤ ਦਾ ਕਲਸ਼ ਲੈ ਕੇ ਪ੍ਰਗਟ ਹੋਏ ਸਨ। ਮੰਨਿਆ ਜਾਂਦਾ ਹੈ ਕਿ ਭਗਵਾਨ ਧਨਵੰਤਰੀ ਵਿਸ਼ਨੂੰ ਜੀ ਦੇ ਹੀ ਅਵਤਾਰ ਹਨ ਅਤੇ ਭਗਵਾਨ ਧਨਵੰਤਰੀ ਨੂੰ ਆਯੁਰਵੇਦ ਚਿਕਿਤਸਾ ਦਾ ਪਿਤਾਮਾ ਮੰਨਿਆ ਜਾਂਦਾ ਹੈ। ਭਗਵਾਨ ਧਨਵੰਤਰੀ ਦੇ ਪ੍ਰਗਟ ਦਿਵਸ ਨੂੰ ਧਨਤੇਰਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਭਾਰਤੀ ਸੱਭਿਆਚਾਰ ਦੇ ਅਨੁਸਾਰ ਚੰਗੀ ਸਿਹਤ ਨੂੰ ਹੀ ਸਭ ਤੋਂ ਕੀਮਤੀ ਧਨ ਸਮਝਿਆ ਜਾਂਦਾ ਹੈ। ਇਸ ਦੇ ਲਈ ਇੱਕ ਕਹਾਵਤ ਵੀ ਪ੍ਰਸਿੱਧ ਹੈ, ਪਹਿਲਾ ਸੁਖ ਨਿਰੋਗੀ ਕਾਇਆ, ਦੂਜਾ ਸੁਖ ਘਰ ਵਿੱਚ ਮਾਇਆ। ਇਸ ਤੋਂ ਇਲਾਵਾ ਧਨਤੇਰਸ ਵਾਲੇ ਦਿਨ ਧਨ ਦੇ ਦੇਵਤਾ ਕੁਬੇਰ ਅਤੇ ਮਾਂ ਲక్ష్ਮੀ ਜੀ ਦੀ ਪੂਜਾ ਕੀਤੀ ਜਾਂਦੀ ਹੈ ਤਾਂ ਜੋ ਸਾਰਾ ਸਾਲ ਘਰ ਦੇ ਵਿੱਚ ਧਨ ਦੌਲਤ ਦੀ ਕੋਈ ਕਮੀ ਨਾ ਰਹੇ। ਪਰ ਕੀ ਤੁਹਾਨੂੰ ਪਤਾ ਹੈ ਕਿ ਭਗਵਾਨ ਕੁਬੇਰ ਅਤੇ ਮਾਂ ਲక్ష్ਮੀ ਚਾਹੇ ਦੋਨੋਂ ਹੀ ਧਨ ਦੌਲਤ ਦੇ ਦੇਵਤਾ ਹਨ, ਪਰ ਦੋਨਾਂ ਦੇ ਵਿਚਕਾਰ ਅੰਤਰ ਹੈ। ਭਗਵਾਨ ਕੁਬੇਰ ਜੀ ਨੂੰ ਧਨ ਦਾ ਰਕਸ਼ਕ ਮੰਨਿਆ ਜਾਂਦਾ ਹੈ, ਉੱਥੇ ਹੀ ਮਾਂ ਲక్ష్ਮੀ ਨੂੰ ਘਰ ਦੇ ਵਿੱਚ ਧਨ ਦੌਲਤ ਲੈ ਕੇ ਆਉਣ ਵਾਲੀ ਦੇਵੀ ਮੰਨਿਆ ਜਾਂਦਾ ਹੈ। ਸੋ ਇਸ ਦੇ ਲਈ ਧਨਤੇਰਸ ਦੇ ਮੌਕੇ ਵਿਸ਼ੇਸ਼ ਤੌਰ ਤੇ ਕੁਬੇਰ ਅਤੇ ਮਾਂ ਲక్ష్ਮੀ ਜੀ ਦੀ ਖਾਸ ਤੌਰ ਤੇ ਪੂਜਾ ਕੀਤੀ ਜਾਂਦੀ ਹੈ। ਆਖਿਰ ਕਿਉਂ ਸ਼ੁਭ ਹੁੰਦਾ ਹੈ ਧਨਤੇਰਸ ਤੇ ਖਰੀਦਦਾਰੀ ਕਰਨਾ? ਧਨਤੇਰਸ ਵਾਲੇ ਦਿਨ ਖਰੀਦਦਾਰੀ ਕਰਨਾ ਬੇहद ਸ਼ੁਭ ਮੰਨਿਆ ਜਾਂਦਾ ਹੈ। ਇਸ ਦੇ ਪਿੱਛੇ ਵੀ ਇੱਕ ਲੋਕ ਕਥਾ ਹੈ, ਜਿਸ ਅਨੁਸਾਰ ਹੀਮਾ ਨਾਂ ਦਾ ਇੱਕ ਰਾਜਾ ਸੀ, ਜਿਸ ਨੂੰ ਪਤਾ ਲੱਗਦਾ ਹੈ ਕਿ ਜਿਸ ਪੁੱਤਰ ਦਾ ਉਸਨੇ ਹੁਣੇ-ਹੁਣੇ ਵਿਆਹ ਕੀਤਾ ਹੈ, ਉਸਨੇ ਵਿਆਹ ਦੇ 4 ਦਿਨਾਂ ਮਗਰੋਂ ਮਰ ਜਾਣਾ ਹੈ। ਆਪਣੇ ਪਤੀ ਦੀ ਜਾਨ ਬਚਾਉਣ ਦੇ ਲਈ ਉਸਦੀ ਨਵਵਿਆਹੁਤਾ ਨੂੰਹ ਆਪਣੇ ਘਰ ਦੇ ਦਰਵਾਜ਼ੇ ਤੇ ਕਈ ਦੀਵੇ ਬਾਲ ਕੇ ਰੱਖਦੀ ਹੈ ਅਤੇ ਦੀਵਿਆਂ ਦੇ ਨਾਲ-ਨਾਲ ਸੋਨੇ ਚਾਂਦੀ ਦੇ ਗਹਿਣੇ ਅਤੇ ਸਿੱਕੇ ਵੀ ਰੱਖਦੀ ਹੈ ਤਾਂ ਜੋ ਯਮਰਾਜ ਉਸਦੇ ਪਤੀ ਨੂੰ ਲੈਣ ਆਵੇ ਤਾਂ ਉਸਨੂੰ ਸੋਨੇ ਚਾਂਦੀ ਦੀ ਚਮਕ ਨਾਲ ਕੁਝ ਵੀ ਨਜ਼ਰ ਨਾ ਆਵੇ ਅਤੇ ਉਹ ਵਾਪਸ ਮੁੜ ਜਾਵੇ। ਅਤੇ ਅਜਿਹਾ ਹੀ ਹੁੰਦਾ ਹੈ, ਯਮਰਾਜ ਬਿਨਾਂ ਉਸਦੇ ਪਤੀ ਦੀ ਜਾਨ ਲਏ ਵਾਪਸ ਚਲਿਆ ਜਾਂਦਾ ਹੈ। ਇਸੇ ਲਈ ਧਨਤੇਰਸ ਵਾਲੇ ਦਿਨ ਲੋਕ ਆਪਣੇ ਘਰਾਂ ਨੂੰ ਬੁਰੀ ਨਜ਼ਰ ਤੋਂ ਬਚਾਉਣ ਦੇ ਲਈ ਘਰ ਵਿੱਚ ਸੁੱਖ, ਸਕਾਰਾਤਮਕ ਊਰਜਾ ਅਤੇ ਖੁਸ਼ਹਾਲੀ ਲਿਆਉਣ ਦੇ ਲਈ ਸੋਨਾ ਚਾਂਦੀ ਬਰਤਨ ਖਰੀਦਦੇ ਨੇ। ये है कि जिस समय समुद्र मंथन हुआ था उस समय भगवान विष्णु के अंश धन्वंतरी भगवान का प्राकट हुआ पृथ्वी लोक पर। उस समय भगवान धन्वंतरी अमृत कलश लेकर अपने हाथों में निकले थे, तो उसी समय से प्रचलन प्रारंभ हुआ है, जिससे धन के त्रयोदशी के दिन बर्तन खरीदना, चांदी खरीदना शुभ माना जाता है। इस दिन खरीदने से इसके अंदर 13 गुना वृद्धि होती है। ਧਨਤੇਰਸ ਤੇ ਕੀ ਕਰੀਏ ਕੀ ਨਾ ਕਰੀਏ? ਧਨਤੇਰਸ ਮੌਕੇ ਬਹੁਤ ਅਜਿਹੀਆਂ ਗੱਲਾਂ ਨੇ ਜਿਨ੍ਹਾਂ ਦਾ ਤੁਹਾਨੂੰ ਖਾਸ ਖਿਆਲ ਰੱਖਣਾ ਹੈ। ਅਸੀਂ ਤੁਹਾਨੂੰ ਦੱਸਾਂਗੇ ਕਿ ਧਨਤੇਰਸ ਵਾਲੇ ਦਿਨ ਕਿਹੜੀਆਂ ਚੀਜ਼ਾਂ ਖਰੀਦਣੀਆਂ ਚਾਹੀਦੀਆਂ ਨੇ ਤੇ ਕਿਹੜੀਆਂ ਚੀਜ਼ਾਂ ਖਰੀਦਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਧਨਤੇਰਸ ਤੇ ਨਾ ਕਰੋ ਤੋਹਫਿਆਂ ਦਾ ਆਦਾਨ ਪ੍ਰਦਾਨ। ਧਨਤੇਰਸ ਮੌਕੇ ਜੇਕਰ ਤੁਸੀਂ ਇੱਕ ਦੂਜੇ ਨੂੰ ਤੋਹਫੇ ਦੇਣ ਦਾ ਵਿਚਾਰ ਕਰ ਰਹੇ ਹੋ ਤਾਂ ਤੁਹਾਨੂੰ ਅਜਿਹਾ ਨਹੀਂ ਕਰਨਾ ਚਾਹੀਦਾ। ਧਨਤੇਰਸ ਵਾਲੇ ਦਿਨ ਨਾ ਤਾਂ ਕਿਸੇ ਤੋਂ ਤੋਹਫੇ ਲਿਓ ਅਤੇ ਨਾ ਹੀ ਕਿਸੇ ਨੂੰ ਤੋਹਫਾ ਦਿਓ। ਲੋਹਾ ਖਰੀਦਣ ਤੋਂ ਬਚੋ। ਧਨਤੇਰਸ ਵਾਲੇ ਦਿਨ ਲੋਹੇ ਦੀ ਬਣੀ ਕਿਸੇ ਵੀ ਚੀਜ਼ ਨੂੰ ਖਰੀਦਣ ਤੋਂ ਪਰਹੇਜ਼ ਕਰੋ। ਜੇਕਰ ਤੁਸੀਂ ਕੋਈ ਬਰਤਨ ਖਰੀਦਣ ਦੀ ਸੋਚ ਰਹੇ ਹੋ ਤਾਂ ਲੋਹੇ, ਸਟੀਲ, ਐਲੂਮੀਨੀਅਮ ਜਾਂ ਫਿਰ ਪਲਾਸਟਿਕ ਦੇ ਬਰਤਨ ਨਾ ਖਰੀਦੋ। ਇਸ ਦਿਨ ਤਾਂਬੇ ਜਾਂ ਫਿਰ ਕਾਂਸੇ ਦਾ ਬਰਤਨ ਖਰੀਦਣਾ ਬੇहद ਸ਼ੁਭ ਮੰਨਿਆ ਜਾਂਦਾ ਹੈ।
और अगर खरीदारी की बात की जाए, जिस तरह लोग स्टील के बर्तन खरीदते हैं, चांदी खरीदते हैं, सोना खरीदते हैं, इसके पीछे क्या कारण क्या है? इसके पीछे कारण यह है कि जिस समय भगवान धन्वंतरी अपने हाथों में अमृत का कलश लेकर निकले थे, वह कलश पीतल का था, अमृत से भरा हुआ। तो इस दिन बर्तन खरीदना विशेष शुभ माना जाता है, विशेष करके सोना चांदी। यदि व्यक्ति सामर्थ्य नहीं है इस चीज़ को खरीदने में, तो उनके लिए सरल भी उपाय बताए जाते हैं शास्त्रों में। पीतल की बर्तन भी खरीद सकते हैं, चांदी का छल्ला भी खरीद सकते हैं, चांदी का सिक्का भी खरीद सकते हैं, चांदी से बनी कोई भी चीज़ खरीद सकते हैं, क्योंकि ये चांदी चंद्रमा का प्रतीक माना जाता है, शीतल होता है, मन को संतोष करता है। सबसे बड़ा धन संतोष धन माना जाता है। जिसके पास ये धन है उसके पास सब संपत्ति। ਨਵਾਂ ਖਾਲੀ ਬਰਤਨ ਘਰ ਵਿੱਚ ਨਾ ਲੈ ਕੇ ਆਓ। ਜੇਕਰ ਤੁਸੀਂ ਧਨਤੇਰਸ ਤੇ ਕੋਈ ਨਵਾਂ ਬਰਤਨ ਖਰੀਦਿਆ ਹੈ ਤਾਂ ਉਸ ਨੂੰ ਖਾਲੀ ਲੈ ਕੇ ਘਰ ਦੇ ਵਿੱਚ ਦਾਖਲ ਨਾ ਹੋਵੋ। ਯਾਨੀ ਕਿ ਘਰ ਵਿੱਚ ਦਾਖਲ ਹੁੰਦੇ ਹੋਏ ਨਵੇਂ ਬਰਤਨ ਵਿੱਚ ਕੋਈ ਫਲ ਜਾਂ ਫਿਰ ਪਾਣੀ ਭਰ ਕੇ ਲੈ ਕੇ ਆਵੋ ਤਾਂ ਜੋ ਘਰ ਦੇ ਵਿੱਚ ਸੁੱਖ ਤੇ ਖੁਸ਼ਹਾਲੀ ਬਣੀ ਰਹੇ। ਕਾਲੇ ਰੰਗ ਦੀਆਂ ਵਸਤਾਂ ਦੀ ਖਰੀਦਦਾਰੀ ਨਾ ਕਰੋ। ਧਨਤੇਰਸ ਵਾਲੇ ਦਿਨ ਕਿਸੇ ਵੀ ਕਾਲੇ ਰੰਗ ਦੀ ਵਸਤੂ ਨੂੰ ਘਰ ਦੇ ਵਿੱਚ ਨਾ ਲੈ ਕੇ ਆਓ। ਕਾਲੇ ਰੰਗ ਨੂੰ ਹਿੰਦੂ ਧਰਮ ਦੇ ਵਿੱਚ ਅਸ਼ੁਭ ਮੰਨਿਆ ਜਾਂਦਾ ਹੈ। ਇਸ ਦੇ ਲਈ ਕਾਲੇ ਰੰਗ ਦੀਆਂ ਚੀਜ਼ਾਂ ਖਰੀਦਣ ਤੋਂ ਗੁਰੇਜ਼ ਕਰੋ। ਤੇਜ਼ਧਾਰ ਹਥਿਆਰ ਜਾਂ ਫਿਰ ਚੀਜ਼ਾਂ ਖਰੀਦਣ ਤੋਂ ਬਚੋ। ਧਨਤੇਰਸ ਤੇ ਕਿਸੇ ਵੀ ਤੇਜ਼ਧਾਰ ਜਾਂ ਫਿਰ ਧਾਰਦਾਰ ਚੀਜ਼ਾਂ ਜਿਵੇਂ ਕਿ ਚਾਕੂ, ਕੈਂਚੀ ਜਾਂ ਫਿਰ ਕੋਈ ਹਥਿਆਰ ਨਹੀਂ ਖਰੀਦਣਾ ਚਾਹੀਦਾ। ਅਜਿਹੀਆਂ ਚੀਜ਼ਾਂ ਘਰ ਦੀ ਸੁੱਖ ਸ਼ਾਂਤੀ ਤੇ ਬੁਰਾ ਪ੍ਰਭਾਵ ਪਾਉਂਦੀਆਂ ਨੇ। ਨਾ ਖਰੀਦੋ ਨਕਲੀ ਸੋਨਾ ਜਾਂ ਫਿਰ ਗਹਿਣੇ। ਧਨਤੇਰਸ ਵਾਲੇ ਦਿਨ ਘਰ ਦੇ ਵਿੱਚ ਨਕਲੀ ਸੋਨਾ ਜਾਂ ਫਿਰ ਨਕਲੀ ਸੋਨੇ ਦੇ ਸਿੱਕੇ ਜਾਂ ਫਿਰ ਗਹਿਣੇ ਲੈ ਕੇ ਨਹੀਂ ਆਉਣੇ ਚਾਹੀਦੇ। ਕੱਚ ਦੀਆਂ ਚੀਜ਼ਾਂ ਨਾ ਖਰੀਦੋ। ਕੱਚ ਦਾ ਸੰਬੰਧ ਰਾਹੂ ਦੇ ਨਾਲ ਮੰਨਿਆ ਜਾਂਦਾ ਹੈ। ਇਸ ਦੇ ਲਈ ਧਨਤੇਰਸ ਵਾਲੇ ਦਿਨ ਕੱਚ ਦੀਆਂ ਬਣੀਆਂ ਚੀਜ਼ਾਂ ਨਹੀਂ ਖਰੀਦਣੀਆਂ ਚਾਹੀਦੀਆਂ। ਚਮੜੇ ਤੋਂ ਬਣੀ ਚੀਜ਼ਾਂ ਨਾ ਖਰੀਦੋ। ਧਨਤੇਰਸ ਤੇ ਚਮੜੇ ਤੋਂ ਬਣੀ ਕੋਈ ਵੀ ਚੀਜ਼ ਨਾ ਖਰੀਦੋ। ਧਨਤੇਰਸ ਤੇ ਕੋਈ ਵੀ ਅਜਿਹੀ ਚੀਜ਼ ਨਾ ਖਰੀਦੋ ਜੋ ਘਰ ਦੇ ਵਿੱਚ ਨਕਾਰਾਤਮਕ ਊਰਜਾ ਲੈ ਕੇ ਆਵੇ। ਅਤੇ ਹੁਣ ਅਸੀਂ ਤੁਹਾਨੂੰ ਦੱਸਾਂਗੇ ਕਿ ਧਨਤੇਰਸ ਵਾਲੇ ਦਿਨ ਕੀ ਕੁਝ ਕਰਨ ਨਾਲ ਤੁਸੀਂ ਘਰ ਦੇ ਵਿੱਚ ਸੁੱਖ ਖੁਸ਼ਹਾਲੀ ਦੇ ਨਾਲ ਤੁਸੀਂ ਚੰਗੀ ਸਿਹਤ ਦੇ ਨਾਲ ਮਾਲਾਮਾਲ ਹੋ ਸਕਦੇ ਹੋ। ਧਨਤੇਰਸ ਤੇ ਕਰੋ ਇਹ ਕੰਮ। ਸੋਨਾ ਜਾਂ ਚਾਂਦੀ ਖਰੀਦਣਾ ਹੁੰਦਾ ਹੈ ਸ਼ੁਭ। ਧਨਤੇਰਸ ਵਾਲੇ ਦਿਨ ਜੇਕਰ ਤੁਸੀਂ ਸੋਨਾ ਜਾਂ ਫਿਰ ਚਾਂਦੀ ਖਰੀਦਣ ਦੀ ਸੋਚ ਰਹੇ ਹੋ ਤਾਂ ਇਹ ਬੇहद ਸ਼ੁਭ ਹੋਵੇਗਾ, ਕਿਉਂਕਿ ਸੋਨਾ ਜਾਂ ਚਾਂਦੀ ਖਰੀਦਣ ਨਾਲ ਘਰ ਵਿੱਚ ਖੁਸ਼ਹਾਲੀ ਤੇ ਬਰਕਤ ਆਉਂਦੀ ਹੈ। ਗਾਂ ਨੂੰ ਖਵਾਓ ਚਾਰਾ। ਧਨਤੇਰਸ ਵਾਲੇ ਦਿਨ ਗਊ ਮਾਤਾ ਨੂੰ ਚਾਰਾ ਖਵਾਉਣਾ ਬੇहद ਸ਼ੁਭ ਮੰਨਿਆ ਜਾਂਦਾ ਹੈ। ਜ਼ਰੂਰਤਮੰਦਾਂ ਨੂੰ ਦਾਨ ਕਰੋ ਦਵਾਈਆਂ। ਧਨਤੇਰਸ ਆਯੁਰਵੇਦ ਦੇ ਪਿਤਾਮਾ ਭਗਵਾਨ ਧਨਵੰਤਰੀ ਜੀ ਦਾ ਪ੍ਰਗਟ ਦਿਵਸ ਹੁੰਦਾ ਹੈ। ਇਸ ਦੇ ਲਈ ਧਨਤੇਰਸ ਵਾਲੇ ਦਿਨ ਜ਼ਰੂਰਤਮੰਦ ਲੋਕਾਂ ਨੂੰ ਦਵਾਈਆਂ ਜਾਂ ਫਿਰ ਸ਼ਹਿਦ ਦਾਨ ਕਰਨਾ ਸ਼ੁਭ ਮੰਨਿਆ ਜਾਂਦਾ ਹੈ। ਘਰ ਵਿੱਚ ਜਲਾਓ ਯਮ ਦੀਪਕ। ਧਨਤੇਰਸ ਵਾਲੇ ਦਿਨ ਘਰ ਦੀ ਦੱਖਣ ਦਿਸ਼ਾ ਦੇ ਵਿੱਚ ਯਮ ਦੀਪਕ ਜਲਾਓ। ਯਮ ਦੀਪਕ ਕਾਲ ਦੇ ਦੇਵਤਾ ਯਮਰਾਜ ਨੂੰ ਘਰ ਤੋਂ ਦੂਰ ਰੱਖਣ ਦੇ ਲਈ ਜਗਾਇਆ ਜਾਂਦਾ ਹੈ। ਕਹਿੰਦੇ ਨੇ ਕਿ ਯਮ ਦੀਪਕ ਜਲਾਉਣ ਦੇ ਨਾਲ ਜਿੱਥੇ ਘਰ ਤੋਂ ਨਕਾਰਾਤਮਕ ਊਰਜਾਵਾਂ ਤੇ ਆਫਤਾਂ ਦੂਰ ਰਹਿੰਦੀਆਂ ਨੇ, ਉੱਥੇ ਹੀ ਕਿਸੇ ਵੀ ਪਰਿਵਾਰਿਕ ਮੈਂਬਰ ਦੀ ਅਚਨਚੇਤ ਮੌਤ ਨੂੰ ਟਾਲਿਆ ਜਾ ਸਕਦਾ ਹੈ। दीपदान की क्या प्रथा है? कहाँ दीपदान करना है? क्या मृत्यु के देवता यमराज की भी दीपदान की कोई विधि है, क्या है? हाँ, इसमें मृत्यु के यमराज के देवता का जो दीपदान किया जाता है वह घर के मुख्य द्वार पर दक्षिण दिशा की तरफ मुख कर दीप जलाना चाहिए, क्योंकि ये काल को दूर करने के लिए दीपक जलाया जाता है। ਧਨਤੇਰਸ ਕੇਵਲ ਖਰੀਦਦਾਰੀ ਕਰਨ ਤੱਕ ਹੀ ਸੀਮਿਤ ਨਹੀਂ ਹੈ, ਬਲਕਿ ਇਸ ਦਿਨ ਕਿਸ ਵਿਧੀ ਦੇ ਨਾਲ ਅਤੇ ਕਿਸ ਸ਼ੁਭ ਮੂਰਤ ਤੇ ਭਗਵਾਨ ਧਨਵੰਤਰੀ, ਭਗਵਾਨ ਕੁਬੇਰ ਅਤੇ ਮਾਂ ਲక్ష్ਮੀ ਜੀ ਦੀ ਪੂਜਾ ਕਰਨ ਨਾਲ ਤੁਸੀਂ ਇਹਨਾਂ ਨੂੰ ਖੁਸ਼ ਕਰ ਸਕਦੇ ਹੋ, ਇਸ ਦੇ ਬਾਰੇ ਵੀ ਜਾਣਕਾਰੀ ਦੇਵਾਂਗੇ। ਕੀ ਹੈ ਧਨਤੇਰਸ ਦੀ ਪੂਜਾ ਦਾ ਸ਼ੁਭ ਮੂਰਤ? ਤੇ ਆਓ ਜਾਣਦੇ ਹਾਂ ਕਿ ਇਸ ਵਾਰ ਧਨਤੇਰਸ ਦੀ ਪੂਜਾ ਦਾ ਸ਼ੁਭ ਸਮਾਂ ਕੀ ਹੈ ਤੇ ਕਿਵੇਂ ਕਰਨੀ ਹੈ ਪੂਜਾ। पूजा का समय इस बार क्या रहेगा धनतेरस का? इस बार पूजा का समय 2021 में 2 नवंबर दिन मंगलवार को शुभ समय त्रयोदशी का सुबह 11:34 से लगेगा और अगले दिन 3 नवंबर को ये पूजा का समय 9:04 तक रहेगा। ये प्रदोष काल का त्रयोदशी का जो समय है। इसके बाद पूजा का समय शाम को 5:37 से रात को 8:11 तक का रहेगा। प्रदोष काल 6:11 से लेकर रात्रि 8:11 तक होगा। ਕਿਵੇਂ ਕਰੀਏ ਧਨਤੇਰਸ ਦੀ ਪੂਜਾ?
ਤੇ ਆਓ ਤੁਹਾਨੂੰ ਦੱਸਦੇ ਹਾਂ ਕਿ ਆਖਿਰ ਧਨਤੇਰਸ ਦੀ ਪੂਜਾ ਦੀ ਕੀ ਹੈ ਵਿਧੀ ਅਤੇ ਕਿਵੇਂ ਕਰਨਾ ਹੈ दीपदान। और पूजा की पंडित जी विधि क्या रहेगी, इसमें क्या करना होगा? पूजा की विधि विशेष इसमें है कि अपने घर के अंदर माँ लक्ष्मी का, भगवान गणेश जी का, धन के देवता कुबेर जी महाराज का पूजन विधिवत करवाएं। आप स्वयं करें या ब्राह्मण से करवाएं। ਤੇ ਹੁਣ ਜਾਂਦੇ ਜਾਂਦੇ ਤੁਹਾਨੂੰ ਦਿਖਾਉਨੇ ਆ ਧਨਤੇਰਸ ਦੇ ਬਾਜ਼ਾਰ ਦੀਆਂ ਰੌਣਕਾਂ। ਬਾਜ਼ਾਰਾਂ ਦੀ ਰੌਣਕ ਤੇ ਔਰ ਬਾਜ਼ਾਰਾਂ ਦੀ ਰੌਣਕ ਦੀ ਗੱਲ ਕੀਤੀ ਜਾਵੇ ਤਾਂ ਧਨਤੇਰਸ ਨੂੰ ਲੈ ਕੇ ਬਰਤਨਾਂ ਦੀ ਖਰੀਦਦਾਰੀ ਅਹਿਮ ਰਹਿੰਦੀ ਹੈਗੀ ਹੈ ਔਰ ਸ਼ਹਿਰ ਦੀ ਮੇਨ ਦੁਕਾਨ ਤੇ ਅਸੀਂ ਪਹੁੰਚੇ ਹਾਂ। ਹਾਂਜੀ ਵਿੱਕੀ ਜੀ, ਮੈਂ ਪੁੱਛਣਾ ਚਾਹੁੰਦਾ ਹੈਗਾ, ਜੇਕਰ ਧਨਤੇਰਸ ਦੀ ਗੱਲ ਕੀਤੀ ਜਾਵੇ, ਇਸ ਵਾਰ ਕੋਵਿਡ ਤੋਂ ਬਾਅਦ ਧਨਤੇਰਸ ਆਇਆ ਹੈਗਾ ਤੇ ਕਿੰਨੀ ਕੁ ਤਿਆਰੀ ਕੀਤੀ ਹੈ, ਕੀ ਕੁਝ ਨਵਾਂ ਆਇਆ ਹੈ ਔਰ ਕਿਸ ਤਰ੍ਹਾਂ ਦੀ ਰੇਟਾਂ ਦੀ ਵੇਰੀਏਸ਼ਨ ਰਹੀ ਹੈ, ਪੂਰੀ ਗੱਲ ਸਾਨੂੰ ਦੱਸੋ। ਤਿਆਰੀਆਂ ਤਾਂ ਸਰ ਐਜ਼ ਯੂਜ਼ਲ ਜਿਵੇਂ ਹਰ ਸਾਲ ਹੁੰਦੀਆਂ ਨੇ ਉਵੇਂ ਹੀ ਕਰਨੀਆਂ ਆਪਾਂ ਤਾਂ ਉਵੇਂ ਹੀ ਚੱਲ ਰਹੀਆਂ ਨੇ। ਤੇ ਜਿੱਥੇ ਧਨਤੇਰਸ ਦਾ ਨਾਮ ਆ ਗਿਆ, ਭਾਂਡੇ ਸਭ ਤੋਂ ਪਹਿਲਾਂ ਦਿਮਾਗ 'ਚ ਆਉਂਦੇ ਨੇ। ਭਾਂਡਿਆਂ ਦੇ ਵਿੱਚ ਪਿੱਤਲ ਇੱਕ ਇਕਲੌਤੀ ਚੀਜ਼ ਹੈ ਜਿਹਦਾ ਸਭ ਤੋਂ ਵੱਧ ਰੁਝਾਨ ਚੱਲ ਰਿਹਾ ਅੱਜ ਦੀ ਡੇਟ ਦੇ ਵਿੱਚ। ਲੋ ਜੀ, ਆ ਪਹੁੰਚੇ ਸੋਨਾ ਚਾਂਦੀ ਦੇ ਬਾਜ਼ਾਰ ਦੇ ਵਿੱਚ। ਤੁਸੀਂ ਤੁਹਾਨੂੰ ਰੌਣਕਾਂ ਦਿਖਾਉਂਦੇ ਆ ਕਿਸ ਤਰ੍ਹਾਂ ਦੀ ਜਿਹੜੀਆਂ ਹੈਗੀਆਂ ਤਿਆਰੀਆਂ ਚੱਲ ਰਹੀਆਂ ਨੇ, ਬੁਕਿੰਗਸ ਚੱਲ ਰਹੀਆਂ ਹੈਗੀਆਂ ਨੇ ਤੇ ਦੁਕਾਨ ਦੇ ਮਾਲਿਕ ਖਿਪਲਾ ਸਾਹਿਬ ਸਾਡੇ ਨਾਲ ਮੌਜੂਦ ਨੇ। ਖਿਪਲਾ ਸਾਹਿਬ, ਮੈਂ ਪੁੱਛਣਾ ਚਾਹੁੰਦਾ ਹੈਗਾ, ਕੋਵਿਡ ਤੋਂ ਬਾਅਦ ਦੇਖੋ ਪਹਿਲਾਂ ਧਨਤੇਰਸ ਆਇਆ, ਬਾਜ਼ਾਰ ਦੇ ਵਿੱਚ ਰੌਣਕਾਂ ਦਿਖ ਰਹੀਆਂ ਨੇ, ਤੁਹਾਡੀ ਦੁਕਾਨ ਦੀ ਵੀ ਉਹ ਲੱਗਦੀ ਹੈਗੀ ਆ ਰੈਨੋਵੇਸ਼ਨ ਕੀਤੀ ਹੋਈ ਹੈ ਕਾਫੀ, ਤੇ ਕੀ ਤਿਆਰੀਆਂ ਤੁਸੀਂ ਖਾਸ ਤੌਰ ਤੇ ਧਨਤੇਰਸ ਨੂੰ ਲੈ ਕੇ? ਸਰ ਪਹਿਲਾਂ ਤਾਂ ਤੁਹਾਨੂੰ ਸਭ ਨੂੰ ਵਧਾਈਆਂ ਦੀਵਾਲੀ ਦੀਆਂ, ਧਨਤੇਰਸ ਦੀਆਂ। ਠੀਕ ਹੈ ਜੀ, ਤੁਹਾਡੀ ਟੀਮ ਨੂੰ ਸਾਰਿਆਂ ਨੂੰ ਮੁਬਾਰਕਾਂ ਬਹੁਤ ਬਹੁਤ ਜ਼ਿਆਦਾ। ਤੇ ਸਾਡੇ ਵੱਲੋਂ ਇਹ ਇੱਕ ਕੋਸ਼ਿਸ਼ ਕੀਤੀ ਗਈ ਹੈ, ਜੋ ਸਾਡੇ ਕਸਟਮਰ ਨੇ ਉਹਨੂੰ ਅਸੀਂ ਸਹੀ ਕੁਆਲਿਟੀ, ਪਿਓਰ ਕੁਆਲਿਟੀ ਔਰ ਸਹੀ ਡਿਜ਼ਾਈਨਿੰਗ ਸਹੀ ਰੇਟ ਤੇ ਪ੍ਰੋਵਾਈਡ ਕਰਾ ਸਕੀਏ। ਸਾਰੇ ਦੇਸ਼ ਵਾਸੀਆਂ ਨੂੰ ਵਧਾਈ ਦਿੰਦੇ ਹਾਂ ਤੇ ਉਮੀਦ ਕਰਦੇ ਹਾਂ ਕਿ ਧਨਤੇਰਸ ਸਾਰਿਆਂ ਲਈ ਸ਼ੁਭ ਹੋਵੇਗਾ ਔਰ ਸਾਰੇ ਲੋਕ ਰੱਜ ਕੇ ਖਰੀਦਦਾਰੀ ਕਰਨਗੇ। ਕੈਮਰਾ ਪਰਸਨ ਬਲਵਿੰਦਰ ਸਿੰਘ ਦੇ ਨਾਲ ਆਰਐਨ ਕਾਂਸਲ, ਫਾਸਟ ਵੇ ਨਿਊਜ਼, ਸੁਨਾਮ। ਧਨਤੇਰਸ ਦਾ ਅਰਥ ਹੀ ਹੁੰਦਾ ਹੈ ਧਨ ਦਾ 13 ਗੁਣਾ ਕਰਨਾ। ਸੋ ਅਸੀਂ ਵੀ ਉਮੀਦ ਕਰਦੇ ਹਾਂ ਕਿ ਧਨਤੇਰਸ ਦਾ ਸ਼ੁਭ ਦਿਨ ਤੁਹਾਡੇ ਅਤੇ ਤੁਹਾਡੇ ਪਰਿਵਾਰ ਦੇ ਲਈ ਸੁੱਖ, ਸ਼ਾਂਤੀ ਅਤੇ ਢੇਰ ਸਾਰੀਆਂ ਖੁਸ਼ੀਆਂ ਲੈ ਕੇ ਆਵੇ। ਫਾਸਟਵੇ ਅਦਾਰੇ ਦੇ ਵੱਲੋਂ ਤੁਹਾਨੂੰ ਧਨਤੇਰਸ ਅਤੇ ਦੀਵਾਲੀ ਦੀਆਂ ਲੱਖ ਲੱਖ ਵਧਾਈਆਂ।